ਹੁਣ ਦੂਜਾ ਵਿਆਹ, ਦੂਜਾ ਵਿਆਹ ਇਹ ਹੈਗਾ ਇਕਾਂਗੀ, ਜਾਣੀ ਕਿ ਇਕੰਗ। ਇਸ ਦੇ ਵਿੱਚ ਕੁਛ ਗਿਣਵੇਂ ਚੁਣਵੇਂ ਪਾਤਰ ਹੁੰਦੇ ਨੇਗੇ, 5-7 ਪਾਤਰ ਹੁੰਦੇ ਨੇ, ਜ਼ੋਰ ਮਾਰ ਕੇ, ਇਸ ਤੋਂ ਜ਼ਿਆਦਾ ਨਹੀਂ ਹੁੰਦੇ। ਇਸ ਦੇ ਮੁੱਖ ਪਾਤਰ ਨੇ, ਇਸ ਦੇ ਮੁੱਖ ਪਾਤਰ ਹਨ। ਨੰਬਰ 1 ਨਿਹਾਲ ਕੌਰ, ਜਿਸ ਨੂੰ ਆਪਾਂ ਸੁਖਦੇਵ ਦੀ ਮਾਂ ਦੇ ਨਾਮ ਨਾਲ ਜਾਣਦੇ ਹਾਂ। ਇਸ ਦੇ ਵਿੱਚ ਸੁਖਦੇਵ ਦੀ ਮਾਂ। ਦੂਜਾ ਹੈਗਾ ਮਨਜੀਤ, ਜੋ ਕਿ ਸੁਖਦੇਵ ਸਿੰਘ ਦੀ ਪਤਨੀ ਹੈ, ਸੁਖਦੇਵ ਦੀ ਵਹੁਟੀ। ਤੇ ਤੀਸਰਾ ਹੈਗਾ ਗਾ ਸੁਖਦੇਵ ਸਿੰਘ ਪ੍ਰਤਾਪ, ਸੁਖਦੇਵ ਸਿੰਘ ਇੱਕ ਨੌਜਵਾਨ। ਤੇ ਚੌਥਾ ਪਾਤਰ ਹੈ ਗੁਰਦਿੱਤ ਸਿੰਘ, ਜੋ ਕਿ ਸੁਖਦੇਵ ਦਾ ਪਿਤਾ ਹੈ। ਤੇ ਇਸ ਤੋਂ ਇਲਾਵਾ ਇੱਕ ਪਾਤਰ ਹੋਰ ਹੁੰਦੇ ਆ ਸੁਖਦੇਵ ਕੌਰ। ਸੁਖਦੇਵ ਸਿੰਘ ਦੀ ਭੈਣ। ਹੁਣ ਪਿਆਰੇ ਵਿਦਿਆਰਥੀਓ, ਆਪਾਂ ਇਸ ਦੇ ਵਿੱਚ ਜੋ ਦੂਜੇ ਵਿਆਹ ਇਕਾਂਗੀ ਬਾਰੇ ਪੜ੍ਹਾਂਗੇ ਤਾਂ ਇਹ ਪਾਤਰ ਨੇ 5, ਜਿਨ੍ਹਾਂ ਦੇ ਆਲੇ ਦੁਆਲੇ ਸਾਰੀ ਕਹਾਣੀ ਆਪਣੀ ਘੁੰਮੇਗੀ। ਇਸ ਦੇ ਵਿੱਚ ਹੀ ਸਾਰਾ ਤੁਹਾਡਾ ਵਿਸ਼ਾ ਵੀ ਆ ਜਾਊਗਾ ਅਤੇ ਸਮੱਸਿਆ ਬਾਰੇ ਵੀ ਇਸ ਦੇ ਵਿੱਚ ਆ ਜਾਊਗਾ। ਇਹ ਲੈਕਚਰ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਸ਼ੋਰਟ ਨੋਟ ਵੀ ਮੈਂ ਗਰੰਟੀ ਦਿੰਦਾ ਵੀ ਉਹ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਪਏਗੀ। ਇਸ ਦੇ ਵਿੱਚੋਂ ਧਿਆਨ ਨਾਲ ਸੁਣਨ ਨਾਲ ਹੀ ਤੁਹਾਨੂੰ ਆਪਣੇ ਆਪ ਸੋਲਵ ਹੋ ਜਾਏਗੀ ਪ੍ਰੋਬਲਮ ਤੁਹਾਡੀ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਇਹਦੇ ਮੁੱਖ ਪਾਤਰ ਨਿਹਾਲ ਕੌਰ। ਨਿਹਾਲ ਕੌਰ ਕੌਣ ਹੈ? ਸੁਖਦੇਵ ਸਿੰਘ ਦੀ ਮਾਂ। ਉਸ ਤੋਂ ਬਾਅਦ ਸੈਕਿੰਡ ਪਰਸਨ ਹੈਗਾ ਮਨਜੀਤ ਕੌਰ, ਸੁਖਦੇਵ ਕੌਰ ਦੀ ਵਹੁਟੀ। ਅਤੇ ਤੀਸਰਾ ਪਾਤਰ ਹੈਗਾ ਸੁਖਦੇਵ ਸਿੰਘ। ਸੁਖਦੇਵ ਸਿੰਘ ਕੌਣ ਹੈ? ਇੱਕ ਨੌਜਵਾਨ। ਅਤੇ ਚੌਥਾ ਪਾਤਰ ਹੈ ਗੁਰਦਿੱਤ ਸਿੰਘ, ਸੁਖਦੇਵ ਸਿੰਘ ਦਾ ਪਿਤਾ। ਅਤੇ ਪੰਜਵਾਂ ਪਾਤਰ ਹੈ ਸੁਖਦੇਵ ਕੌਰ, ਸੁਖਦੇਵ ਸਿੰਘ ਦੀ ਭੈਣ। ਹੁਣ ਜੇ ਇਹਨਾਂ 5 ਪਾਤਰਾਂ ਦੇ ਵਿੱਚੋਂ ਆਪਾਂ ਦੇਖਿਆ ਜਾਵੇ ਤਾਂ ਇਸ ਜਿਹੜੀ ਇਕਾਂਗੀ ਦਾ ਹੀਰੋ ਕੌਣ ਕਹਿ ਸਕਦੇ ਆਂਗੇ ਵੀ ਕਿਹਦੇ ਨਾਲ ਕਹਾਣੀ ਘੁੰਮਦੀ ਆ? ਸਾਰੀ ਕਹਾਣੀ ਹੀਰੋ ਜਿਹੜਾ ਹੈਗਾ ਸੁਖਦੇਵ ਸਿੰਘ ਬਣਦਾ ਹੈਗਾ। ਸਾਰੀ ਕਹਾਣੀ ਇਸ ਦੇ ਆਲੇ ਦੁਆਲੇ ਘੁੰਮੂਗੀ, ਪਰ ਮੇਨ ਜਿਹੜਾ ਰੋਲ ਹੋਊਗਾ ਚ ਬੇਬੇ ਨਿਹਾਲ ਕੌਰ ਅਤੇ ਮਨਜੀਤ ਕੌਰ ਦਾ ਹੋਊਗਾ। ਕਿਉਂਕਿ ਸ਼ੁਰੂ ਤੋਂ ਆਪਾਂ ਨੂੰ ਪਤਾ ਹੈਗਾ, ਸੁਣਨ ਦੇ ਵਿੱਚ ਵੀ ਹੋਇਆ, ਆਪਾਂ ਦੇਖਦੇ ਵੀ ਹਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਅਤੇ ਅੱਜ ਦੀ ਨਹੀਂ, ਇਹ ਪੁਰਾਣੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਇੱਕ ਰੀਤੀ ਰਿਵਾਜ। ਇਹ ਲਾ ਲਓ, ਬਹੁਤ ਸਮਝਦਾਰ ਹੁੰਦੇ ਨੇ ਲੋਕ ਜੋ ਇਹਨਾਂ ਚੀਜ਼ਾਂ ਨੂੰ ਅੱਜ ਕੱਲ੍ਹ ਬਚੇ ਹੋਏ ਨੇਗੇ। ਸੱਸ ਨੂੰਹ ਦੀ ਲੜਾਈ, ਉਹ ਘਰ ਕਿਹੜਾ ਜਿੱਥੇ ਸੱਸ ਨੂੰਹ ਦੀ ਲੜਾਈ ਨਾ ਹੁੰਦੀ ਹੋਵੇ। ਬਟ ਇਹ ਕੀ ਹੈ ਸੋਚ, ਹਮੇਸ਼ਾ ਇੱਕ ਮਾਂ ਆਪਣੀ ਧੀ ਬਾਰੇ ਤਾਂ ਸੋਚੂਗੀ ਵੀ ਮੇਰੀ ਧੀ ਆਪਦੇ ਸਹੁਰੇ ਘਰੇ ਜਾ ਕੇ ਸੁਖੀ ਵਸੇ, ਉਹਨੂੰ ਕੋਈ ਕੁਛ ਕਹੇ ਨਾ। ਪਰ ਜਦੋਂ ਉਹਦਾ
ਉਸੇ ਮਾਤਾ ਦਾ ਪੁੱਤ ਵਿਆਹ ਕੇ ਆਉਂਦਾ, ਆਪਦੀ ਸੱਸ ਨਾਲ ਨੂੰਹ ਨਾਲ ਉਹ ਮਾੜਾ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈਗੀ। ਇਸੇ ਕਰਕੇ ਇੱਕ ਪਾਤਰ ਨੂੰ ਇਸ ਨੂੰ ਦਿਖਾਇਆ ਗਿਆ ਵੀ ਨਿਹਾਲ ਕੌਰ ਦੇ ਦੋ ਰੂਪ ਦਿਖਾਏ ਗਏ ਨੇਗੇ, ਇੱਕ ਸੱਸ ਦੇ ਰੂਪ ਦੇ ਵਿੱਚ, ਇੱਕ ਮਾਂ ਦੇ ਰੂਪ ਦੇ ਵਿੱਚ। ਹੁਣ ਸੱਸ ਦੇ ਰੂਪ ਦੇ ਵਿੱਚ ਉਹ ਕੀ ਕਰਦੀ ਆ, ਨਵਾਂ ਨਵਾਂ ਵਿਆਹ ਹੋਇਆ ਸੀਗਾ ਮਨਜੀਤ ਕੌਰ ਦਾ ਸੁਖਦੇਵ ਸਿੰਘ ਨਾਲ। ਸੁਖਦੇਵ ਸਿੰਘ ਆਰਮੀ ਦੇ ਵਿੱਚ ਸੀਗਾ, ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀਗਾ। ਤਾਂ ਉਹੀ ਸੱਸ ਨੂੰ ਜੋ ਕੋਈ ਨੁਕਸ ਕੱਢਣ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਬੋਲਣ ਦਾ ਮੌਕਾ ਨਾ ਮਿਲਦਾ ਹੋਵੇ ਤਾਂ ਉਹ ਕੀ ਕਰਦੀ, ਉਹ 'ਚ ਕੋਈ ਨਾ ਕੋਈ ਕੰਮ ਦੇ ਵਿੱਚੋਂ ਨੁਕਸ ਕੱਢਣਾ ਸ਼ੁਰੂ ਕਰ ਦਿੰਦੀ। ਜਿਵੇਂ ਸਬਜ਼ੀ ਮੋਟੀ ਕੱਟੀ ਆ, ਤੈਂ ਝਾੜੂ ਪੋਚਾ ਸਹੀ ਨਹੀਂ ਲਾਇਆ ਹੈਗਾ, 10 ਵੱਜ ਕੇ ਤੈਂ ਚਾਹ ਨਹੀਂ ਬਣਾਈ ਹੈਗੀ, ਉੱਪਰੋਂ ਦੇਖੋ ਦਿਨ 'ਚ ਕਿੰਨਾ ਚਾੜਾ ਆਇਆ ਹੈਗਾ, ਖੇਤ ਰੋਟੀ ਲੈ ਕੇ ਜਾਣੀ ਆ। ਜਿਹੜੀਆਂ ਇਹੋ ਜਿਹੀਆਂ ਛੋਟੀ ਛੋਟੀਆਂ ਗੱਲਾਂ ਨੂੰ ਲੈ ਕੇ ਨਿਹਾਲ ਕੌਰ ਕੀ ਆ, ਉਹ ਆਪਣੀ ਨੂੰਹ ਨੂੰ ਟੋਕਦੀ ਰਹਿੰਦੀ ਆ। ਪਰ ਨੂੰਹ ਜੋ ਮਨਜੀਤ ਕੌਰ ਆ ਉਹ ਕੀ ਕਰਦੀ ਆ, ਹੱਸ ਕੇ ਟਾਲ ਦਿੰਦੀ ਹੈਗੀ, ਉਹਦਾ ਕੋਈ ਰਿਪਲਾਈ ਨਹੀਂ ਕਰਦੀ ਗੀ। ਉਹ ਸੁਣੀ ਜਾਂਦੀ ਆ ਪਰ ਰਿਪਲਾਈ ਨਹੀਂ ਕਰਦੀ, ਉਹਨਾਂ ਦਾ ਕੋਈ ਵੀ ਬੋਲੀ ਜਾਣ ਦਿਓ। ਫਿਰ ਜਦੋਂ ਕੁਝ ਸਮਾਂ ਪੈਣ ਤੋਂ ਬਾਅਦ ਆਂਢ ਗੁਆਂਢ ਦੇ ਵਿੱਚ ਜਾਣ ਪਹਿਚਾਣ ਹੋ ਗਈ ਤਾਂ ਇੱਕ ਕਿਸੇ ਗੁਆਂਢਣ ਦੇ ਨਾਲ ਲਾ ਕੇ ਮਨਜੀਤ ਕੌਰ ਇਸਤਰੀ ਸਭਾ ਦੀ ਪ੍ਰਧਾਨ ਬਣ ਜਾਂਦੀ ਆ ਜਾਂ ਇਸਤਰੀ ਸਭਾ ਦੀ ਮੈਂਬਰ ਬਣ ਜਾਂਦੀ ਆ। ਤਾਂ ਉਸ ਦੀ ਸੱਸ ਨੂੰ ਜੋ ਪਹਿਲਾਂ ਹੀ ਪਸੰਦ ਨਹੀਂ ਕਰਦੀ ਸੀ ਵੀ ਇੱਕ ਘਰ ਦੇ ਵਿੱਚੋਂ ਕੰਮ ਸਹੀ ਤਰੀਕੇ ਨਾਲ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਸੀ, ਪਰ ਉਹ ਰੋਕਾ ਟੋਕੀ ਉਹਨੂੰ ਕਰਨ ਦੀ ਆਦਤ ਸੀਗੀ ਵੀ ਗੋਭੀ ਮੋਟੀ ਕੱਟੀ ਪਈ ਹੈਗੀ ਹੈ ਨਾ, ਜਾਂ ਪਿਆਜ਼ ਮੋਟਾ ਕੱਟਤਾ, ਜਾਂ ਨੂਣ ਮਿਰਚ ਵੱਧ ਮਸਾਲਾ ਵੱਧ ਪਾਤਾ, ਝਾੜੂ ਚੰਗੀ ਤਰ੍ਹਾਂ ਨਹੀਂ ਲਾਇਆ ਹੈਗਾ, ਕੱਪੜੇ ਚੰਗੀ ਤਰ੍ਹਾਂ ਨਹੀਂ ਧੋਏ ਹੈਗੇ, ਲੇਟ ਉੱਠਦੀ ਹੈਗੀ, ਜੋ ਵੀ ਹੈ ਇਸ ਤਰ੍ਹਾਂ ਦੇ ਬਹਾਨੇ ਲੈ ਲੈ ਕੇ ਉਹ ਲੜਦੀ ਸੀ ਉਸ ਨਾਲ। ਜਦੋਂ ਉਹ ਇਸਤਰੀ ਸਭਾ ਦੀ ਮੈਂਬਰ ਬਣ ਗਈ ਤਾਂ ਉਸ ਨੂੰ ਹੋਰ ਵੀ ਡਰਾਵੇ ਦੇਣੇ ਸ਼ੁਰੂ ਕਰਤੇ ਉਸਨੇ। ਉਹ ਹਮੇਸ਼ਾ ਇੱਕ ਡਰਾਵਾ ਦਿੰਦੀ ਸੀਗੀ ਵੀ ਜੇਕਰ ਤੂੰ ਕੰਮ ਸਹੀ ਤਰੀਕੇ ਨਾਲ ਨਹੀਂ ਕਰੇਂਗੀ, ਨਿਹਾਲ ਕੌਰ ਆਪਣੀ ਨੂੰਹ ਨੂੰ ਮਨਜੀਤ ਕੌਰ ਨੂੰ ਸਹੀ ਇੱਕ ਤਾਂ ਡਰਾਵਾ ਦਿੰਦੀ ਹੁੰਦੀ ਸੀ ਵੀ ਜੇ ਤੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਮੈਂ ਆਪਦੇ ਪੁੱਤ ਦਾ ਦੂਜਾ ਵਿਆਹ ਕਰ ਦੂੰਗੀ, ਜੇ ਤੂੰ ਆਪਣੀ ਸਬਜ਼ੀ ਬਣਾਉਣਾ ਸਹੀ ਨਹੀਂ ਸਿੱਖਦੀ ਹਜੇ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਦੂੰ, ਝਾੜੂ ਪੋਚਾ ਸਹੀ ਲਾਉਣਾ ਨਹੀਂ ਸਿੱਖਦੀ ਤਾਂ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਦੂੰ। ਜਦੋਂ ਇਸਤਰੀ ਸਭਾ ਦੀ ਮੈਂਬਰ ਬਣੀ ਤਾਂ ਵੀ ਉਸਨੂੰ ਧਮਕੀ ਦਿੱਤੀ ਗਈ ਵੀ ਉਹ ਉਸ ਦਾ ਜਿਹੜਾ ਪੁੱਤ ਆਊਗਾ ਜਦੋਂ ਛੁੱਟੀ 'ਤੇ ਤਾਂ ਉਹ ਛੁੱਟੀ ਤੋਂ ਜਦੋਂ ਆਊਗਾ ਤਾਂ ਉਸ ਦਾ ਦੂਜਾ ਵਿਆਹ ਕਰ ਦਿੱਤਾ ਜਾਊਗਾ ਅਤੇ ਤੈਨੂੰ ਵਾਪਸ ਭੇਜ ਦਾਂਗੇ ਤੇਰੇ ਪੇਕੇ। ਉਹ ਇਸ ਚੀਜ਼ ਤੋਂ ਫਿਰ ਵੀ ਨਹੀਂ ਉਹ ਕਰਦੀ ਹੈਗੀ, ਫਿਰ ਵੀ ਉਹ ਜਿਹੜੀ ਮਨਜੀਤ ਕੌਰ ਸੀ ਖੁਸ਼ ਅਤੇ ਆਪਣੇ ਮਸਤ ਰਹਿੰਦੀ ਹੈਗੀ ਅਤੇ ਉਹ ਰਿਪਲਾਈ ਕੋਈ ਨਹੀਂ ਕਰਦੀ। ਅਤੇ ਫਿਰ ਇੱਕ ਦਿਨ ਕੀ ਹੁੰਦਾ ਹੈਗਾ, ਉਹ ਬੇਬੇ ਨੂੰ ਪੁੱਛਦੀ ਆ ਨਿਹਾਲ ਕੌਰ ਨੂੰ ਵੀ ਬੇਬੇ ਜੀ ਮੈਂ ਕੜਾਹ ਪ੍ਰਸ਼ਾਦ ਤਿਆਰ ਕਰ ਲਾਂ। ਜਦੋਂ ਬੇਬੇ ਨੂੰ ਇਹ ਪੁੱਛਦੀ ਆ ਤਾਂ ਬੇਬੇ ਉਸ ਨੂੰ ਮਨਾ ਕਰ ਦਿੰਦੀ ਆ, ਕੜਾਹ ਪ੍ਰਸ਼ਾਦ ਤਿਆਰ ਕਰਨ ਨੂੰ ਕਿਹੜਾ ਤੇਰੇ ਕਿਸੇ ਰਿਸ਼ਤੇਦਾਰ ਨੇ ਆਉਣਾ, ਇਹ ਜਵਾਬ ਦਿੰਦੀ ਆ। ਪਰ ਜਦੋਂ ਉਸ ਨੂੰ ਪਤਾ ਲੱਗਦਾ ਨਿਹਾਲ ਕੌਰ ਨੂੰ ਕਿ ਉਸ ਦਾ ਪੁੱਤ ਛੁੱਟੀ ਲੈ ਕੇ ਆ ਰਿਹਾ ਹੈਗਾ, ਅਤੇ ਜਦੋਂ ਛੁੱਟੀ ਲੈ ਕੇ ਆਇਆ ਮਨਜੀਤ ਕੌਰ ਉਸ ਨੂੰ ਆਪਣੇ ਪਤੀ ਨੂੰ ਉਸ ਦੇ ਨਾਮ ਸੁਖਦੇਵ ਸਿੰਘ ਦੇ ਨਾਮ ਨਾਲ ਬੁਲਾਉਂਦੀ ਆ ਤਾਂ ਬੇਬੇ ਨੂੰ ਬਹੁਤ ਬੁਰਾ ਲੱਗਦਾ ਹੈਗਾ। ਅਤੇ ਇਸ ਤਰ੍ਹਾਂ ਉਹਦਾ ਹੁੰਦਾ ਹੈਗਾ, ਫਿਰ ਉਹ ਫਿਰ ਟੋਕਦੀ ਆ ਵੀ ਤੂੰ ਮੈਨੂੰ ਪਹਿਲਾਂ, ਬੇਬੇ ਟੋਕਦੀ ਆ ਵੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਅੱਜ ਮੇਰੇ ਪੁੱਤ ਨੇ ਆਉਣਾ ਗਾ। ਅਤੇ ਮਨਜੀਤ ਕੌਰ ਕਹਿੰਦੀ ਜੇ ਪਹਿਲਾਂ ਦੱਸ ਦਿੰਦੀ ਬੇਬੇ ਵੀ ਪ੍ਰਾਹੁਣਾ ਕੌਣ ਹੈਗਾ ਅਤੇ ਫਿਰ ਇਹ ਜੋ ਚਾਅ ਸੀ ਉਹ ਕਿਵੇਂ ਪੂਰੇ ਹੋਣੇ ਸੀਗੇ, ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ, ਅਚਾਨਕ ਦਿਖਾਉਣਾ ਚਾਹੁੰਦੀ ਸੀਗੀ। ਅਤੇ ਇਸ ਨਾਲ ਚਲੋ ਘਰ ਦਾ ਕੁਛ ਮਾਹੌਲ ਚੇਂਜ ਹੁੰਦਾ ਗਾ। ਅਤੇ ਇੰਨੇ ਨੂੰ ਸੁਖਦੇਵ ਕੌਰ ਦੀ ਉਹ ਆਪਣੇ ਪਤੀ ਨੂੰ ਦੱਸ ਰਹੀ ਹੁੰਦੀ ਆ, ਜਿਹੜੀ ਸੁਖਦੇਵ ਸਿੰਘ ਦੀ ਵਾਈਫ ਆ ਮਨਜੀਤ ਕੌਰ, ਵੀ ਮਾਤਾ ਹਮੇਸ਼ਾ ਮੈਨੂੰ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਤੰਗ ਪਰੇਸ਼ਾਨ ਕਰਦੀ ਹੈਗੀ। ਤੰਗ ਪਰੇਸ਼ਾਨ ਕਰਨ ਦਾ ਮਤਲਬ ਕੀ ਹੈਗਾ, ਠੀਕ ਆ ਟੋਕਾ ਟਾਕੀ ਕਰਨੀ ਤਾਂ ਠੀਕ ਆ, ਪਰ ਉਹ ਕੀ ਕਹਿੰਦੀ ਆ ਵੀ ਮੈਂ ਤੁਹਾਡਾ ਦੂਜਾ ਵਿਆਹ ਕਰ ਦੂੰਗੀ, ਤੂੰ ਕੰਮ ਗਲਤ ਕਰਦੀ ਆ, ਕੰਮ ਸਹੀ ਨਹੀਂ ਕਰਦੀ, ਤੇਰੇ 'ਚ ਇਹ ਕਮੀਆਂ ਨੇ, ਤੇਰੇ 'ਚ ਉਹ ਕਮੀਆਂ ਨੇ, ਤਾਂ ਮੈਂ ਤੇਰਾ ਦੂਜਾ ਵਿਆਹ ਵੀ ਮੈਂ ਆਪਦੇ ਪੁੱਤ ਦਾ ਦੂਜਾ ਵਿਆਹ ਕਰ ਦੂੰ। ਸੁਖਦੇਵ ਸਿੰਘ ਨੂੰ ਵੀ ਇਸ ਗੱਲ ਦਾ ਬੁਰਾ ਲੱਗਦਾ ਵੀ ਮੇਰਾ ਐਵੇਂ ਦੂਜਾ ਵਿਆਹ ਕਿਵੇਂ ਹੋ ਸਕਦਾ,
ਮੇਰੇ ਪੁੱਛੇ ਬਿਨਾਂ ਮੇਰਾ ਦੂਜਾ ਵਿਆਹ ਕਿਵੇਂ ਕਰ ਸਕਦੇ ਨੂੰ। ਹਜੇ ਇਹ ਗੱਲ ਚੱਲ ਹੀ ਰਹੀ ਸੀ ਕਿ ਸੁਖਦੇਵ ਕੌਰ ਦੀ ਭੈਣ ਰੋਂਦੀ ਰੋਂਦੀ ਆਪਣੇ ਬੱਚਿਆਂ ਦੇ ਨਾਲ ਘਰ ਆਪਣੇ ਪੇਕੇ ਆਉਂਦੀ ਆ। ਜਦੋਂ ਆਉਂਦੀ ਆ ਤਾਂ ਰੋ ਰੋ ਕੇ ਆਪਣੀ ਸਾਰੀ ਕਹਾਣੀ ਆਪਣੀ ਮਾਂ ਨੂੰ, ਨਿਹਾਲ ਕੌਰ ਨੂੰ, ਅਤੇ ਆਪਣੇ ਭਾਈ ਅਤੇ ਪਿਓ ਨੂੰ ਦੱਸਦੀ ਆ ਕਿ ਉਸਦੇ ਘਰ ਵਾਲਾ ਉਸ ਨਾਲ ਕੁੱਟਮਾਰ ਕਰਦਾ ਗਾ ਰੋਜ਼, ਅਤੇ ਕੰਮ ਨਹੀਂ ਕਰਦਾ, ਅਤੇ ਉਹ ਦੂਜਾ ਵਿਆਹ ਕਰਵਾਉਣ ਨੂੰ ਕਹਿੰਦਾ ਗਾ। ਜਦੋਂ ਇਹ ਗੱਲ ਨਿਹਾਲ ਕੌਰ ਦੇ ਕੰਨ ਦੇ ਵਿੱਚ ਪੈਂਦੀ ਆ ਅਤੇ ਸੁੰਨ ਹੋ ਜਾਂਦੀ ਆ ਵੀ ਮੇਰੀ ਕੁੜੀ ਕਿੱਥੇ ਜਾਊਗੀ ਜੇ ਦੂਜਾ ਵਿਆਹ ਹੋ ਗਿਆ। ਅਤੇ ਫਿਰ ਉਸ ਨੂੰ ਸਮਝ ਲੱਗਦੀ ਆ ਵੀ ਮੈਂ ਵੀ ਗਲਤ ਕਰ ਰਹੀ ਆਂਗੀ। ਫਿਰ ਉਹ ਸੁਖਦੇਵ ਸਿੰਘ ਸਮਝਾਉਂਦਾ ਹੈਗਾ ਵੀ ਦੇਖ, ਅੱਜ ਤੇਰੀ ਕੁੜੀ ਨਾਲ ਵਾਪਰੀ ਹੈ ਇਹ ਘਟਨਾ ਤਾਂ ਤੈਨੂੰ ਦੁੱਖ ਹੋ ਰਿਹਾ ਗਾ ਵੀ ਦੂਜਾ ਵਿਆਹ ਉਸਨੇ ਕਿਹਾ। ਤੂੰ ਉਸਨੂੰ ਕਿੰਨੇ ਟਾਈਮ ਤੋਂ ਪਰੇਸ਼ਾਨ ਕਰ ਰਹੀ ਆ ਵੀ ਆਪਦੀ ਨੂੰਹ ਨੂੰ ਵੀ ਮੈਂ ਆਪਦੇ ਪੁੱਤ ਦਾ ਦੂਜਾ ਵਿਆਹ ਕਰ ਦੂੰਗੀ। ਤਾਂ ਉਸ ਦਾ ਨਤੀਜਾ ਕੀ ਸੀਗਾ ਵੀ ਡਰਾਬਾ ਸੀ, ਇੱਕ ਡਰਾਬਾ ਦੇ ਕੇ ਕੰਮ ਕਰਾਉਣਾ ਸੀਗਾ। ਪਰ ਜਦੋਂ ਡਰਾਬਾ ਆਪਦੀ ਧੀ 'ਤੇ ਆਇਆ ਤਾਂ ਉਸਨੂੰ ਅਹਿਸਾਸ ਹੋਇਆ ਵੀ ਇਹਦਾ ਕਿੰਨਾ ਦੁੱਖ ਹੋ ਸਕਦਾ ਹੈਗਾ, ਕੀ ਤਕਲੀਫ ਝੱਲਣੀ ਪੈਂਦੀ ਹੈਗੀ ਬੰਦੇ ਨੂੰ। ਤਾਂ ਇਸ ਨਾਲ ਕੀ ਹੋਇਆ, ਉਹ ਆਪਣੀ ਮਨਜੀਤ ਕੌਰ ਨੂੰ, ਜਿਹੜੀ ਨਿਹਾਲ ਕੌਰ ਆ, ਮਨਜੀਤ ਕੌਰ ਨੂੰ ਆਪਣੀ ਇੱਕ ਧੀ ਦੀ ਤਰ੍ਹਾਂ ਅਪਣਾ ਲੈਂਦੀ ਆ ਅਤੇ ਅੱਗੇ ਤੋਂ ਕਹਿੰਦੀ ਆ ਵੀ ਮੈਂ ਇਹ ਜਿਹੀ ਗੁਸਤਾਖੀ ਨਹੀਂ ਕਰਾਂਗੀ ਅਤੇ ਨਾ ਹੀ ਅੱਗੇ ਦੂਜੇ ਵਿਆਹ ਦੀ ਗੱਲ ਕਰਾਂਗੀ। ਇਹ ਤਾਂ ਇਹਦਾ ਵਿਸ਼ਾ ਸੀਗਾ ਬੱਚੇ। ਹੁਣ ਇਹਦੀ ਮੇਨ ਸਮੱਸਿਆ ਕੀ ਸੀਗਾ, ਦੂਜਾ ਵਿਆਹ। ਹੁਣ ਦੂਜੇ ਵਿਆਹ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਵੀ ਸਿਰਫ ਇੱਕ ਡਰਾਬੇ ਦੇ ਤੌਰ 'ਤੇ, ਪੇਸ਼ਕਾਰੀ ਦੇ ਤੌਰ 'ਤੇ ਕੀਤੀ ਜਾਂਦੀ ਆ। ਜਾਣ ਬੁੱਝ ਕੇ ਨੁਕਸ, ਸੱਸ ਹਮੇਸ਼ਾ ਸੱਸ ਲਵੇ, ਹੋਰ ਤਾਂ ਕੋਈ ਫੰਕਸ਼ਨ ਹੁੰਦਾ ਨਹੀਂ ਜਾਂ ਕੋਈ ਚੀਜ਼ ਹੁੰਦੀ ਨਹੀਂ ਜਿਸ ਨਾਲ ਉਹ ਆਪਣੇ ਨੂੰਹ ਨੂੰ ਡਰਾ ਕੇ ਰੱਖ ਸਕੇ। ਇੱਕ ਦੂਜੇ ਵਿਆਹ ਦਾ ਡਰ ਹੀ ਹੁੰਦਾ ਹੈਗਾ। ਇਸ ਕਰਕੇ ਦੂਜੇ ਵਿਆਹ ਦਾ ਡਰ ਦੇ ਦੇ ਕੇ ਉਸ ਸੱਸਾਂ ਨੂੰਹਾਂ ਤੋਂ ਕੰਮ ਦਿਨ ਰਾਤ ਕਰਵਾਉਂਦੀਆਂ ਨੇ, ਸੇਵਾ ਕਰਵਾਉਂਦੀਆਂ ਨੇ, ਪਰ ਫਿਰ ਵੀ ਉਹ ਉਹਨਾਂ ਦੇ ਵਿੱਚ ਨੁਕਸ ਕੱਢਦੀਆਂ ਰਹਿੰਦੀਆਂ ਨੇ। ਇਹ ਇਹਦੀ ਸਮੱਸਿਆ ਹੈਗੀ ਬੱਚੇ। ਥੈਂਕ ਯੂ।